ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬरुण कौर मान। ਖਬਰਾਂ ਦੇ ਬ੍ਰਿਟਨ ਵਿੱਚ ਤੁਹਾਡਾ ਸਵਾਗਤ। ਪੇਸ਼ ਤੋਂ ਪਹਿਲਾਂ ਚੋਣਵੀਆਂ ਖਬਰਾਂ। ਹਵਾਈ ਅੱਡਿਆਂ ਤੇ ਮੁਸਾਫਰਾਂ ਦੀ ਖੱਜਲ ਖੁਆਰੀ ਲਈ 에ਅਰਲਾਈਨਸ ਜ਼ਿੰਮੇਵਾਰ, ਸਰਕਾਰ ਨੇ ਝਾੜਿਆ ਪੱਲਾ। ਕੈਨੇਡਾ ਦੇ ਸੁਪਰ ਵੀਜ਼ਾ ਦੀਆਂ ਅਰਜ਼ੀਆਂ 'ਚ ਵਾਧਾ। ਅਮਰੀਕਾ ਭਾਰਤ ਨਾਲ ਦੁਵੱਲੇ ਸੰਬੰਧਾਂ ਨੂੰ ਮਹੱਤਵ ਦਿੰਦਾ ਹੈ, ਵਾਈਟ ਹਾਊਸ। ਅਮਰੀਕਾ ਵਿੱਚ ਭਾਰਤੀ ਸੌਫਟਵੇਅਰ ਇੰਜੀਨੀਅਰ ਦਾ ਗੋਲੀ ਮਾਰ ਕੇ ਕਤਲ। ਵਾਈਡਨ ਨੇ ਭਾਰਤੀ ਮੂਲ ਦੀ ਆਰਤੀ ਪ੍ਰਭਾਕਰ ਨੂੰ ਵਿਗਿਆਨ ਸਲਾਹਕਾਰ ਵਜੋਂ ਕੀਤਾ ਨਾਮਜ਼ਦ। ਅਫਗਾਨਿਸਤਾਨ ਵਿੱਚ ਭੂਚਾਲ ਦੇ ਜ਼ਬਰਦਸਤ ਝਟਕਿਆਂ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ, ਪਾਕਿਸਤਾਨ ਤੱਕ ਹਿੱਲੀ ਧਰਤੀ। ਅਫਗਾਨਿਸਤਾਨ ਵਿੱਚ ਭੂਚਾਲ ਤੋਂ ਬਾਅਦ ਹੜ੍ਹ ਦਾ ਕਹਿਰ, 400 ਮੌਤਾਂ। ਦੁਨੀਆ ਭਰ ਵਿੱਚ ਮਹਿੰਗਾਈ ਨੇ ਮਚਾਈ ਤਬਾਹੀ। ਅਮਰੀਕਾ ਤੋਂ ਬਾਅਦ ਬ੍ਰਿਟੇਨ 'ਚ ਵੀ ਟੁੱਟਿਆ 40 ਸਾਲਾਂ ਦਾ ਰਿਕਾਰਡ। ਅਮਰੀਕਾ 'ਚ ਜਨਮ ਦਿਨ ਦੀ ਪਾਰਟੀ ਦੇ ਚਲਦਿਆਂ ਬੱਚੇ ਨੂੰ ਕਾਰ ਵਿੱਚ ਭੁੱਲੀ ਮਾਂ, ਬੱਚੇ ਦੀ ਹੋਈ ਮੌਤ। ਕਾਮੇਡੀਅਨ ਤੇ ਅਮਰੀਕੀ ਕਾਂਗਰਸ ਨੇਤਾ ਵਿਚਾਲੇ ਹੋਈ ਹੱਥੋਂ-ਪਾਈ, ਵੀਡੀਓ ਆਈ ਸਾਹਮਣੇ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੈਨੇਡਾ ਦੇ ਹਵਾਈ ਅੱਡਿਆਂ ਤੇ ਮੁਸਾਫਰਾਂ ਨੂੰ ਦਰਪੇਸ਼ ਸਮੱਸਿਆਵਾਂ ਲਈ ਜ਼ਿੰਮੇਵਾਰ ਹੋਣ ਦਾ ਦੋਸ਼ 에ਅਰਲਾਈਨਜ਼ ਸਿਰ ਮੜਿਆ ਜਾਣ ਲੱਗਾ ਹੈ। ਟਰਾਂਸਪੋਰਟ ਮੰਤਰੀ ਉਮਰ ਅਲਗਵਰਾ ਅਤੇ ਹਵਾਈ ਸਫ਼ਰ ਨਾਲ ਸੰਬੰਧਿਤ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਧੇਰੇ ਜਵਾਬਦੇਹੀ 에ਅਰਲਾਈਨਜ਼ ਦੀ ਬਣਦੀ ਹੈ, ਕਿਉਂਕਿ ਪਹਿਲਾਂ ਅੰਨ੍ਹੇਵਾਹ ਫਲਾਈਟਸ ਦਾ ਐਲਾਨ ਕਰ ਦਿੱਤਾ ਜਾਂਦਾ ਹੈ, ਪਰ ਫਿਰ ਅਚਾਨਕ ਇਹਨਾਂ ਨੂੰ ਰੱਦ ਕੀਤੇ ਜਾਣ ਕਰਕੇ ਮੁਸਾਫਰ ਕਸੂਤੇ ਫਸ ਜਾਂਦੇ ਨੇ। ਵੈਨਕੂਵਰ ਦੇ ਕੌਮਾਂਤਰੀ ਹਵਾਈ ਅੱਡੇ ਤੇ ਭਾਵੇਂ ਹਾਲਾਤ ਕੁਝ ਸੁਖਾਵੇ ਹੋਣ ਦੇ ਸੰਕੇਤ ਮਿਲੇ ਨੇ, ਪਰ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਤੇ ਮੁਸਾਫਰਾਂ ਦੀਆਂ ਲੰਬੀਆਂ ਕਤਾਰਾਂ, ਫਲਾਈਟ ਵਿੱਚ ਦੇਰੀ ਅਤੇ ਖੱਜਲ ਖੁਆਰੀ ਜਿਉਂ ਦੀ ਤਿਉਂ ਬਰਕਰਾਰ ਹੈ। ਕੈਨੇਡਾ ਵਿੱਚ ਪੱਕੇ ਤੌਰ ਤੇ ਰਹਿ ਰਹੇ ਵਿਦੇਸ਼ੀ ਅਤੇ ਕੈਨੇਡਾ ਦੇ ਨਾਗਰਿਕ ਆਪਣੇ ਮਾਪਿਆਂ ਨੂੰ ਪੱਕੇ ਤੌਰ ਤੇ ਅਪਲਾਈ ਕਰਨ ਦੇ ਚਾਹਵਾਨ ਹੁੰਦੇ ਨੇ, ਪਰ 2011 ਵਿੱਚ ਬਦਲੇ ਕਾਨੂੰਨਾਂ ਮੁਤਾਬਕ ਕੈਨੇਡਾ ਸਰਕਾਰ ਵੱਡੀ ਉਮਰ ਦੇ ਲੋਕਾਂ ਨੂੰ ਇਮੀਗ੍ਰੇਸ਼ਨ ਦੇਣ ਤੋਂ ਇਨਕਾਰੀ ਹੈ, ਤਾਂ ਕਿ ਪੈਨਸ਼ਨ ਅਤੇ ਸਿਹਤ ਸਹੂਲਤਾਂ ਦੇ ਸਿਸਟਮ ਤੇ ਉਹਨਾਂ ਵਿਦੇਸ਼ੀਆਂ ਦਾ ਬੋਝ ਨਾ ਪਵੇ ਜਿਨ੍ਹਾਂ ਦਾ ਦੇਸ਼ ਵਾਸਤੇ ਕੋਈ ਯੋਗਦਾਨ ਨਹੀਂ ਰਿਹਾ ਹੁੰਦਾ। ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਨੇ ਸੁਪਰ ਵੀਜ਼ਾ ਦੀ ਨੀਤੀ ਬਣਾਈ ਸੀ, ਜਿਸ ਦੇ ਲਿਬਰਲ ਪਾਰਟੀ ਦੇ ਚੋਟੀ ਦੇ ਆਗੂ ਵਿਰੋਧੀ ਧਿਰ ਵਿੱਚ ਹੁੰਦਿਆਂ ਕਰੜੀ ਆਲੋਚਨਾ ਤਾਂ ਕਰਦੇ ਰਹੇ, ਪਰ 2015 ਵਿੱਚ ਆਪਣੀ ਸਰਕਾਰ ਬਣਾ ਲੈਣ ਤੋਂ ਬਾਅਦ ਸੁਪਰ ਵੀਜ਼ਾ ਦੀਆਂ ਸਿਫਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਸੇ ਨੀਤੀ ਨੂੰ ਜਾਰੀ ਰੱਖਿਆ ਜਾ ਰਿਹਾ ਹੈ ਅਤੇ ਬਜ਼ੁਰਗਾਂ ਨੂੰ ਪੱਕੇ ਕਰਨ ਤੋਂ ਹੱਥ ਪਿੱਛੇ ਰੱਖਿਆ ਜਾ ਰਿਹਾ ਹੈ। ਅਜਿਹੇ ਵਿੱਚ ਪਰਿਵਾਰਾਂ ਵਾਸਤੇ ਸੁਪਰ ਵੀਜ਼ਾ ਇੱਕ ਵੱਡਾ ਆਸਰਾ ਬਣਦਾ ਰਿਹਾ ਹੈ ਅਤੇ ਅਰਜ਼ੀਆਂ ਦੀ ਭਰਮਾਰ ਹੋਈ ਰਹਿੰਦੀ ਹੈ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਹਰੇਕ ਸਾਲ ਲਗਭਗ 17,000 ਸੁਪਰ ਵੀਜ਼ਾ ਜਾਰੀ ਕੀਤੇ ਜਾਂਦੇ ਨੇ। ਇੱਕ ਵਾਰੀ ਸੁਪਰ ਵੀਜ਼ਾ ਪਾਸਪੋਰਟ ਵਿੱਚ ਲੱਗ ਜਾਵੇ ਤਾਂ ਉਹ ਕੈਨੇਡਾ ਜਾਣ ਵਾਸਤੇ 10 ਸਾਲ ਤੱਕ ਕੰਮ ਆਉਂਦਾ ਹੈ। ਬੀਤੇ 10 ਸਾਲਾਂ ਦੌਰਾਨ ਸੁਪਰ ਵੀਜ਼ਾ ਨਾਲ ਕੈਨੇਡਾ ਵਿੱਚ ਜਾ ਕੇ 2 ਸਾਲ ਜਾ ਰਿਹਾ ਹੈ, ਪਰ 4 ਜੁਲਾਈ ਤੋਂ ਹਰੇਕ ਵਾਰੀ ਜਾ ਕੇ 7 ਸਾਲਾਂ ਤੱਕ ਰਹਿਣਾ ਸੰਭਵ ਕਰ ਦਿੱਤਾ ਜਾਏਗਾ। ਪਰ ਹੁਣ ਬਦਲਦੇ ਹੋਏ ਹਾਲਾਤ ਵਿੱਚ ਅਕਸਰ ਬਜ਼ੁਰਗਾਂ ਨੂੰ ਕੈਨੇਡਾ ਵਿੱਚ ਰਹਿਣ ਦਾ ਫਾਇਦਾ ਘੱਟ ਤੇ ਨੁਕਸਾਨ ਵੱਧ ਨਜ਼ਰ ਆਉਣ ਲੱਗ ਪਿਆ ਹੈ, ਕਿਉਂਕਿ ਬਿਮਾਰੀਆਂ ਦੇ ਇਲਾਜ ਆਪਣੇ ਕੋਲੋਂ ਕਰਨੇ ਪੈਂਦੇ ਨੇ। ਵਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਰਣਨੀਤਿਕ ਤੌਰ ਤੇ ਮਹੱਤਵਪੂਰਨ ਇੰਡੋ ਪੈਸੀਫਿਕ ਖੇਤਰ ਵਿੱਚ ਅਮਰੀਕਾ ਦਾ ਬਹੁਤ ਮਹੱਤਵਪੂਰਨ ਰਣਨੀਤਿਕ ਭਾਈਵਾਲ ਹੈ ਅਤੇ ਵਾਸ਼ਿੰਗਟਨ ਨਵੀਂ ਦਿੱਲੀ ਨਾਲ ਆਪਣੇ ਦੁਵੱਲੇ ਸੰਬੰਧਾਂ ਦੀ ਕਦਰ ਕਰਦਾ ਹੈ। ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਨੇ ਇਹ ਵੀ ਕਿਹਾ ਕਿ ਰੂਸ ਨੂੰ ਲੈ ਕੇ ਹਰ ਦੇਸ਼ ਦੇ ਫੈਸਲਾ ਲੈਣਾ ਹੈ। ਰਣਨੀਤਿਕ ਸੰਚਾਰ ਤੇ ਵਾਈਟ ਹਾਊਸ ਸੁਰੱਖਿਆ ਪਰਿਸ਼ਦ ਦੇ ਕੋਆਰਡੀਨੇਟਰ ਜੌਨ ਕਿਰਬੀ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਰੂਸ ਤੋਂ ਰਿਆਇਤੀ ਦਰਾਂ ਤੇ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ, ਅਸੀਂ ਭਾਰਤੀ ਨੇਤਾਵਾਂ ਨੂੰ ਉਹਨਾਂ ਦੀਆਂ ਆਰਥਿਕ ਨੀਤੀਆਂ ਬਾਰੇ ਗੱਲ ਕਰਨ ਦੇਵਾਂਗੇ। ਅਸੀਂ ਤੁਹਾਨੂੰ ਸਿਰਫ ਇਹੀ ਦੱਸ ਸਕਦੇ ਹਾਂ ਕਿ ਅਸੀਂ ਭਾਰਤ ਦੇ ਨਾਲ ਇਸ ਦੁਵੱਲੇ ਸੰਬੰਧਾਂ ਦੀ ਕਦਰ ਕਰਦੇ ਹਾਂ। ਹਰ ਦੇਸ਼ ਨੂੰ ਆਪਣੇ ਲਈ ਫੈਸਲਾ ਕਰਨਾ ਪੈਂਦਾ ਹੈ। ਯੂਕਰੇਨ ਤੇ ਰੂਸ ਦੇ ਹਮਲੇ ਦਾ ਜ਼ਿਕਰ ਕਰਦੇ ਹੋਏ ਉਹਨਾਂ ਨੇ ਕਿਹਾ, ਇਹ ਪ੍ਰਭੂ ਸੱਤਾ ਸੰਪੰਨ ਫੈਸਲਾ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਰੂਸ ਤੇ ਜਿੰਨਾ ਵੀ ਅੰਤਰਰਾਸ਼ਟਰੀ ਦਬਾਅ ਬਣਾਇਆ ਜਾ ਸਕਦਾ ਹੈ ਉਹ ਬਣਾਇਆ ਜਾਣਾ ਚਾਹੀਦਾ ਹੈ। ਪੁਤਿਨ ਜੋ ਕਰ ਰਹੇ ਨੇ ਉਸ ਦੀ ਕੀਮਤ ਉਹਨਾਂ ਨੂੰ ਚੁਕਾਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਰੂਸ ਤੇ ਯੂਕਰੇਨ ਤੇ ਹਮਲੇ ਤੋਂ ਬਾਅਦ ਕਈ ਦੇਸ਼ਾਂ ਨੇ ਰੂਸ ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਨੇ। ਕਿਰਬੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਇੰਡੋ ਪੈਸੀਫਿਕ ਖੇਤਰ ਵਿੱਚ ਇੱਕ ਮਹੱਤਵਪੂਰਨ ਰਣਨੀਤਿਕ ਭਾਈਵਾਲ ਹੈ ਅਤੇ ਇਹ ਸਾਂਝੇਦਾਰੀ, ਰੱਖਿਆ ਤੇ ਸੁਰੱਖਿਆ ਤੇ ਅਰਥ ਸ਼ਾਸਤਰ ਦੇ ਕਈ ਖੇਤਰਾਂ ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਤੇ ਹਮਲੇ ਤੋਂ ਬਾਅਦ ਭਾਰਤ ਨੇ ਰੂਸ ਦੀ ਖੁੱਲ੍ਹ ਕੇ ਨਿੰਦਾ ਨਹੀਂ ਕੀਤੀ ਹੈ। ਹਾਲਾਂਕਿ ਉਸਨੇ ਲਗਾਤਾਰ ਕਿਹਾ ਹੈ ਕਿ ਸਮੱਸਿਆ ਦਾ ਹੱਲ ਗੱਲਬਾਤ ਰਾਹੀਂ ਲੱਭਿਆ ਜਾਣਾ ਚਾਹੀਦਾ ਹੈ। ਭਾਰਤ ਨੇ ਕਿਹਾ ਕਿ ਰੂਸ ਤੋਂ ਕੱਚਾ ਤੇਲ ਖਰੀਦਣ ਦਾ ਫੈਸਲਾ ਦੇਸ਼ ਦੀਆਂ ਈਂਧਨ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਅਮਰੀਕਾ ਦੇ ਮੈਰੀਲੈਂਡ ਸੂਬੇ ਦੇ ਬਾਲਟਿਮੋਰ ਸ਼ਹਿਰ 'ਚ ਤੇਲੰਗਾਨਾ ਦੇ ਇੱਕ 26 ਸਾਲਾ ਸੌਫਟਵੇਅਰ ਇੰਜੀਨੀਅਰ ਦਾ ਉਸਦੀ ਗੱਡੀ ਦੇ ਅੰਦਰ ਇੱਕ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਤੇਲੰਗਾਨਾ ਦੇ ਨਲਗੋਂਡਾ ਜ਼ਿਲ੍ਹੇ ਦੇ ਰਹਿਣ ਵਾਲੇ ਨਿੱਕਾ ਸਾਈ ਚਰਨ ਦੀ ਐਤਵਾਰ ਸ਼ਾਮ ਨੂੰ ਉਸ ਸਮੇਂ ਮੌਤ ਹੋ ਗਈ ਜਦੋਂ ਇੱਕ ਕਾਲੇ ਵਿਅਕਤੀ ਨੇ ਉਸ ਤੇ ਗੋਲੀਬਾਰੀ ਕੀਤੀ। ਅਮਰੀਕਾ ਵਿੱਚ ਉਸਦੇ ਦੋਸਤਾਂ ਨੇ ਉਸਦੇ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਮੈਰੀਲੈਂਡ ਟਰਾਂਸਪੋਰਟੇਸ਼ਨ ਅਥਾਰਟੀ ਪੁਲਿਸ ਦੇ ਅਨੁਸਾਰ ਉਸ ਨੂੰ ਐਤਵਾਰ ਸਵੇਰੇ 4:32 ਤੇ ਪੂਰਬੀ ਤੱਟ ਤੇ ਮੁੱਖ ਉੱਤਰ ਦੱਖਣੀ ਅੰਤਰਰਾਜੀ ਹਾਈਵੇ ਇੰਟਰਸਟੇਟ 95 ਦੇ ਕੈਟਨ ਐਵਨਿਊ ਐਗਜ਼ਿਟ ਤੇ ਸਿੰਗਲ ਵਾਹਨ ਦੀ ਟੱਕਰ ਦੀ ਸੂਚਨਾ ਮਿਲੀ। 2022 ਦੀ ਸਿਲਵਰ ਦੀ ਹੁੰਡਾਈ ਟਕਸਨ ਦੇ ਅੰਦਰ ਨੱਕਾ ਸਾਈ ਚਰਨ ਜ਼ਖਮੀ ਪਿਆ ਸੀ। ਉਸ ਨੂੰ ਮੈਰੀਲੈਂਡ ਯੂਨੀਵਰਸਿਟੀ ਦੇ RM ਸਕਾਉਲੇ ਸ਼ੌਕ ਟਰਾਮਾ ਸੈਂਟਰ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ, ਜਿੱਥੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਇਲਾਜ ਦੌਰਾਨ ਹੀ ਡਾਕਟਰਾਂ ਨੂੰ ਪਤਾ ਲੱਗਾ ਕਿ ਚਰਨ ਦੇ ਸਿਰ ਵਿੱਚ ਗੋਲੀ ਲੱਗੀ ਹੈ। MDTA ਦੁਆਰਾ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 2 ਘੰਟੇ ਤੋਂ ਵੀ ਘੱਟ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਉਸਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰਕ ਮੈਂਬਰ ਸਦਮੇ ਵਿੱਚ ਆ ਗਏ। ਪਰਿਵਾਰ ਨੇ ਭਾਰਤ ਸਰਕਾਰ ਅਤੇ ਤੇਲੰਗਾਨਾ ਸਰਕਾਰ ਨੂੰ ਮ੍ਰਿਤਕ ਦੇਹ ਨੂੰ ਘਰ ਲਿਜਾਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਸੌਫਟਵੇਅਰ ਇੰਜੀਨੀਅਰ ਮੈਰੀਲੈਂਡ ਦੇ ਬਾਲਟਿਮੋਰ ਸ਼ਹਿਰ ਵਿੱਚ ਇੱਕ ਕੰਪਨੀ 'ਚ ਪਿਛਲੇ 2 ਸਾਲਾਂ ਤੋਂ ਕੰਮ ਕਰ ਰਿਹਾ ਸੀ। ਭਾਰਤ ਵਿੱਚ ਉਸਦੇ ਪਰਿਵਾਰ ਦੇ ਅਨੁਸਾਰ ਚਰਨ ਇੱਕ ਸੇਵਾ ਮੁਕਤ ਸਕੂਲ ਅਧਿਆਪਕ ਦਾ ਪੁੱਤਰ ਆਪਣੀ ਪੋਸਟ ਗ੍ਰੈਜੂਏਸ਼ਨ ਲਈ 4 ਸਾਲ ਪਹਿਲਾਂ ਸੰਯੁਕਤ ਰਾਜ ਅਮਰੀਕਾ ਚਲਾ ਗਿਆ ਅਤੇ ਬਾਅਦ ਵਿੱਚ ਬਾਲਟਿਮੋਰ ਦੇ ਇੱਕ ਫਾਰਮ ਵਿੱਚ ਨੌਕਰੀ ਕੀਤੀ। ਉਸਦੀ ਭੈਣ ਵੀ ਅਮਰੀਕਾ ਵਿੱਚ ਪੜ੍ਹ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਭਾਰਤੀ ਮੂਲ ਦੀ ਅਮਰੀਕੀ ਵਿਗਿਆਨੀ ਡਾਕਟਰ ਆਰਤੀ ਪ੍ਰਭਾਕਰ ਨੂੰ ਦੇਸ਼ ਦੇ ਵਿਗਿਆਨ ਅਤੇ ਟੈਕਨੋਲੋਜੀ ਨੀਤੀ ਦੇ ਦਫ਼ਤਰ ਦੇ ਡਾਇਰੈਕਟਰ ਵਜੋਂ ਨਾਮਜ਼ਦ ਕੀਤਾ ਹੈ। ਜੇ ਬਾਈਡਨ ਦੇ ਪ੍ਰਸਤਾਵ ਨੂੰ ਸੈਨੇਟ ਦੁਆਰਾ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਡਾਕਟਰ ਆਰਤੀ ਪ੍ਰਭਾਕਰ OSTP ਦੀ ਡਾਇਰੈਕਟਰ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮਹਿਲਾ ਹੋਏਗੀ। ਅਮਰੀਕੀ ਰਾਸ਼ਟਰਪਤੀ ਨੇ ਮੰਗਲਵਾਰ ਨੂੰ ਕਿਹਾ ਕਿ ਡਾਕਟਰ ਪ੍ਰਭਾਕਰ ਇੱਕ ਉੱਚ ਸਿੱਖਿਆ ਪ੍ਰਾਪਤ ਸਨਮਾਨਿਤ ਇੰਜੀਨੀਅਰ ਅਤੇ ਭੌਤਿਕ ਵਿਗਿਆਨਕ ਨੇ ਅਤੇ ਉਹ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਦਾ ਲਾਭ ਲੈ ਕੇ ਇਹਨਾਂ ਖੇਤਰਾਂ ਵਿੱਚ ਸਾਡੀਆਂ ਸੰਭਾਵਨਾਵਾਂ ਦਾ ਵਿਸਥਾਰ ਕਰਨ, ਸਾਡੀਆਂ ਮੁਸ਼ਕਲਾਂ ਚੁਣੌਤੀਆਂ ਨੂੰ ਹੱਲ ਕਰਨ ਅਤੇ ਅਸੰਭਵ ਨੂੰ ਸੰਭਵ ਬਣਾਉਣ ਲਈ ਵਿਗਿਆਨ ਅਤੇ ਟੈਕਨੋਲੋਜੀ ਨੀਤੀ ਦਫ਼ਤਰ ਦੀ ਅਗਵਾਈ ਕਰੇਗੀ। ਬਾਈਡਨ ਨੇ ਕਿਹਾ ਕਿ ਮੈਂ ਡਾਕਟਰ ਪ੍ਰਭਾਕਰ ਦੇ ਇਸ ਵਿਸ਼ਵਾਸ ਨਾਲ ਸਹਿਮਤ ਹਾਂ ਕਿ ਅਮਰੀਕਾ ਕੋਲ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਨਵੀਨਤਕਾਰੀ ਮਸ਼ੀਨਰੀ ਹੈ। ਸੈਨੇਟ ਉਸ ਦੀ ਨਾਮਜ਼ਦਗੀ ਤੇ ਵਿਚਾਰ ਕਰੇਗੀ। ਮੈਂ ਸ਼ੁਕਰਗੁਜ਼ਾਰ ਹਾਂ ਕਿ ਡਾਕਟਰ ਅਲੋਂਦਰਾ ਨੈਲਸਨ OSTP ਦੀ ਅਗਵਾਈ ਕਰਦੇ ਰਹਿਣਗੇ ਅਤੇ ਡਾਕਟਰ ਫ੍ਰਾਂਸਿਸ ਕਲਾਉਂਜ਼ ਮੇਰੇ ਕਾਰਜਕਾਰੀ ਵਿਗਿਆਨ ਸਲਾਹਕਾਰ ਵਜੋਂ ਸੇਵਾ ਕਰਦੇ ਰਹਿਣਗੇ। ਇੱਥੇ ਦੱਸ ਦਈਏ ਕਿ ਪ੍ਰਸਿੱਧ ਭੌਤਿਕ ਵਿਗਿਆਨੀ ਡਾਕਟਰ ਆਰਤੀ ਪ੍ਰਭਾਕਰ ਐਰਿਕ ਲੈਂਡਰ ਦੀ ਥਾਂ ਲੈਣਗੇ। 34 ਸਾਲਾ ਡਾਕਟਰ ਪ੍ਰਭਾਕਰ ਨੂੰ ਪਹਿਲਾਂ ਕਲਿੰਟਨ ਪ੍ਰਸ਼ਾਸਨ ਦੁਆਰਾ 1993 ਵਿੱਚ ਨੈਸ਼ਨਲ ਇੰਸਟੀਚਿਊਟ ਆਫ ਸਟੈਂਡਰਡਸ ਐਂਡ ਟੈਕਨੋਲੋਜੀ ਦੇ ਮੁਖੀ ਵਜੋਂ ਚੁਣਿਆ ਗਿਆ ਸੀ। ਇਸ ਤੋਂ ਬਾਅਦ ਓਬਾਮਾ ਪ੍ਰਸ਼ਾਸਨ ਨੇ ਪ੍ਰਭਾਕਰ ਨੂੰ ਡਿਫੈਂਸ ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਦਾ ਮੁਖੀ ਬਣਾਇਆ। ਡਾਕਟਰ ਆਰਤੀ ਪ੍ਰਭਾਕਰ ਦਾ ਜਨਮ ਦਿੱਲੀ ਵਿੱਚ ਹੋਇਆ ਸੀ। ਉਸ ਦਾ ਬਚਪਨ ਅਤੇ ਮੁੱਢਲੀ ਸਿੱਖਿਆ ਟੈਕਸਾਸ ਵਿੱਚ ਹੋਈ। 1984 ਵਿੱਚ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ ਤੋਂ PhD ਕਰਨ ਤੋਂ ਬਾਅਦ ਉਹ ਫੈਡਰਲ ਸਰਕਾਰ ਲਈ ਕੰਮ ਕਰਨ ਲਈ ਚਲੀ ਗਈ। ਉਸਨੇ 30 ਜੁਲਾਈ 2012 ਤੋਂ 20 ਜਨਵਰੀ 2017 ਤੱਕ ਯੂਨਾਈਟਿਡ ਸਟੇਟਸ ਡਿਫੈਂਸ ਐਡਵਾਂਸਡ ਰਿਸਰਚ ਪ੍ਰੋਜੈਕਟ ਏਜੰਸੀ ਦੀ ਮੁਖੀ ਵਜੋਂ ਸੇਵਾ ਕੀਤੀ। ਉਹ ਇੱਕ ਗੈਰ ਮੁਨਾਫਾ ਸੰਸਥਾ ਐਕਟੂਏ ਦੀ ਸੰਸਥਾਪਕ ਅਤੇ CEO ਹੈ। ਬੁੱਧਵਾਰ ਤੜਕੇ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। USGS ਯਾਨੀ ਕਿ US ਜਿਓਲੋਜੀਕਲ ਸਰਵੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਿਕਟਰ ਪੈਮਾਨੇ ਤੇ ਇਸ ਦੀ ਤੀਬਰਤਾ 6.1 ਦਰਜ ਕੀਤੀ ਗਈ। ਨਿਊਜ਼ ਏਜੰਸੀ ANI ਮੁਤਾਬਕ ਅਫਗਾਨਿਸਤਾਨ ਵਿੱਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ ਹੋ ਗਈ ਹੈ ਅਤੇ ਜ਼ਖਮੀਆਂ ਦੀ ਗਿਣਤੀ 1500 ਤੋਂ ਵੱਧ ਹੈ। ਪੂਰਬੀ ਸੂਬਿਆਂ ਖੋਸਤ ਅਤੇ ਨੰਗਰਹਾਰ ਵਿੱਚ ਵੀ ਮੌਤਾਂ ਹੋਈਆਂ ਨੇ। ਰਾਇਟਰਸ ਮੁਤਾਬਕ ਭੂਚਾਲ ਪ੍ਰਭਾਵਿਤ ਪਾਰਕ ਵਿੱਚ ਦਰਜਨਾਂ ਘਰ ਨੁਕਸਾਨੇ ਗਏ ਨੇ ਅਤੇ ਨਾਲ ਹੀ ਇੱਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਹੋਈਆਂ। ਇਸ ਦੌਰਾਨ ਆਫਤ ਪ੍ਰਬੰਧਨ ਵੱਲੋਂ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇੱਥੇ ਦਰਜਨਾਂ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਜ਼ਮੀਨ ਖਿਸਕਣ ਦੀਆਂ ਵੀ ਖਬਰਾਂ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਰੂਆਤੀ ਤੌਰ ਤੇ ਗਾਉਣ ਵਾਲੇ ਜ਼ਿਲ੍ਹੇ ਪਾਕਟਿਕ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਖੋਸਤ ਸੂਬੇ ਦੇ ਸਪੇਰਾ ਜ਼ਿਲ੍ਹੇ ਦੇ ਅਫਗਾਨ ਦੁਬਈ ਪਿੰਡ ਵਿੱਚ ਵੀ ਭੂਚਾਲ ਕਾਰਨ ਨੁਕਸਾਨ ਹੋਣ ਦੀ ਖਬਰ ਹੈ। USGS ਦੇ ਅਨੁਸਾਰ ਭੂਚਾਲ ਅਫਗਾਨਿਸਤਾਨ ਦੇ ਦੱਖਣ ਪੂਰਬ ਵਿੱਚ ਸਥਿਤ ਖੋਸਤ ਤੋਂ 44 ਕਿਲੋਮੀਟਰ ਦੂਰ 51 ਕਿਲੋਮੀਟਰ ਦੀ ਡੂੰਘਾਈ ਵਿੱਚ ਆਇਆ। ਇੱਕ ਅਫਗਾਨਿਸਤਾਨ ਦੇ ਪੂਰਬੀ
ਖੇਤਰ ਪਕਤਿਕਾ ਸੂਬੇ ਵਿੱਚ ਭੂਚਾਲ ਦੇ ਤੇਜ਼ ਝਟਕੇ ਆਏ। ਪ੍ਰਾਪਤ ਜਾਣਕਾਰੀ ਅਨੁਸਾਰ ਆਫਤ ਪ੍ਰਬੰਧਨ ਅਧਿਕਾਰੀਆਂ ਵੱਲੋਂ ਪਾਰਕਿਕਾ ਵਿੱਚ ਇਸ ਭੂਚਾਲ ਵਿੱਚ ਜ਼ਿਆਦਾ ਨੁਕਸਾਨ ਹੋਇਆ ਹੈ। EMSC ਨੇ ਕਿਹਾ ਹੈ ਕਿ ਭੂਚਾਲ ਦੇ ਝਟਕੇ ਪਾਕਿਸਤਾਨ, ਅਫਗਾਨਿਸਤਾਨ ਅਤੇ ਭਾਰਤ ਵਿੱਚ ਵੀ ਮਹਿਸੂਸ ਕੀਤੇ ਗਏ। ਪਾਕਿਸਤਾਨ ਮੀਡੀਆ ਮੁਤਾਬਕ ਇਸਲਾਮਾਬਾਦ ਅਤੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਭੂਚਾਲ ਦੀ ਤੀਵਰਤਾ ਹਲਕੀ ਸੀ। ਭੂਚਾਲ ਦੇ ਝਟਕੇ ਲਾਹੌਰ, ਮੁਲਤਾਨ ਅਤੇ ਪਾਕਿਸਤਾਨ ਦੇ ਹੋਰ ਇਲਾਕਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਤਾਲਿਬਾਨ ਪ੍ਰਸ਼ਾਸਨ ਦੇ ਆਫਤ ਪ੍ਰਬੰਧਨ ਅਥਾਰਟੀ ਦੇ ਮੁਖੀ ਮੁਹੰਮਦ ਨਸੀਮ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ। ਟੋਲੋ ਨਿਊਜ਼ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਭੂਚਾਲ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਫਗਾਨਿਸਤਾਨ ਵਿੱਚ ਮੰਗਲਵਾਰ ਦੇਰ ਰਾਤ ਆਏ ਭੂਚਾਲ ਤੋਂ ਬਾਅਦ ਲਗਾਤਾਰ ਬਾਰਿਸ਼ਾਂ ਕਾਰਨ ਹੜ੍ਹਾਂ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਹੜ੍ਹ ਦੇ ਕਾਰਨ 400 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੇਸ਼ ਦੇ ਕਈ ਇਲਾਕਿਆਂ 'ਚ ਹੜ੍ਹ ਨਾਲ ਪ੍ਰਭਾਵਿਤ ਹੋਏ ਨੇ, ਜਿਸ ਵਿੱਚ ਕੁਨਾਰ, ਨੰਗਰਹਾਰ, ਨੂਰਿਸਤਾਨ, ਲਗਮਾਨ, ਪੰਜਸ਼ੀਰ, ਪਰਵਾਨ, ਕਾਬੁਲ, ਕਪੀਸਾ, ਮੈਦਾਨ, ਵਾਰਦਕ, ਬਾਮਿਆਨ, ਗਜ਼ਨੀ, ਲੋਗਰ ਆਦਿ ਸ਼ਾਮਲ ਨੇ। ਕੁਦਰਤੀ ਆਫਤ ਪ੍ਰਬੰਧਨ ਵਿਭਾਗ ਦੀ ਨਿਗਰਾਨੀ ਕਰਨ ਵਾਲੇ ਉਪ ਮੰਤਰੀ ਮੌਲਵੀ ਸ਼ਰਫੂਦੀਨ ਮੁਸਲਿਮ ਨੇ ਕਿਹਾ, ਇਸ ਸਮੇਂ ਦੌਰਾਨ ਬਚਾਏ ਗਏ ਲੋਕਾਂ ਨੂੰ ਹਸਪਤਾਲ ਭੇਜਿਆ ਗਿਆ, ਜਿਨ੍ਹਾਂ ਦੇ ਘਰ ਇਸ ਹੜ੍ਹ ਦੇ ਪਾਣੀ ਵਿੱਚ ਢਹਿ ਗਏ। ਉਹਨਾਂ ਨੂੰ ਟੈਂਟਾਂ ਵਿੱਚ ਲਿਜਾਇਆ ਗਿਆ ਹੈ। 2022 ਵਿੱਚ ਅਫਗਾਨਿਸਤਾਨ 'ਚ ਕੁਦਰਤੀ ਆਫਤ ਕਾਰਨ 30,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ। ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਮਹਿੰਗਾਈ ਦੀ ਲਪੇਟ ਵਿੱਚ ਆ ਗਈ ਹੈ। ਮਹਿੰਗਾਈ ਹਰ ਗੁਜ਼ਰਦੇ ਦਿਨ ਦੇ ਨਾਲ ਨਵੇਂ ਰਿਕਾਰਡ ਬਣਾ ਰਹੀ ਹੈ। ਸਭ ਤੋਂ ਵੱਧ ਵਾਧਾ ਭੋਜਨ, ਊਰਜਾ ਤੇ ਇੰਧਨ ਦੀਆਂ ਕੀਮਤਾਂ ਵਿੱਚ ਦਰਜ ਕੀਤਾ ਜਾ ਰਿਹਾ। ਆਫਿਸ ਫਾਰ ਨੈਸ਼ਨਲ ਸਟੈਟਿਕਸ ਦੀ ਰਿਪੋਰਟ ਮੁਤਾਬਕ ਬ੍ਰਿਟੇਨ ਵਿੱਚ ਮਹਿੰਗਾਈ ਦਰ ਨੇ ਪਿਛਲੇ 12 ਮਹੀਨਿਆਂ ਦਾ ਰਿਕਾਰਡ ਤੋੜ ਦਿੱਤਾ। 12 ਮਹੀਨਿਆਂ 'ਚ ਮਹਿੰਗਾਈ ਦਰ 9% ਤੋਂ ਵੱਧ ਕੇ 9.1% ਹੋ ਗਈ ਹੈ। ਜੇਕਰ ਖਾਣ ਪੀਣ ਦੀਆਂ ਵਸਤੂਆਂ, ਖਾਸ ਕਰਕੇ ਬ੍ਰੈਡ, ਅਨਾਜ ਅਤੇ ਮੀਟ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਾਲਾਂ ਦੌਰਾਨ ਸਭ ਤੋਂ ਵੱਧ ਵਾਧਾ ਦਰਜ ਕੀਤਾ ਜਾ ਰਿਹਾ। ਖਾਣ ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਧਣ ਨਾਲ ਬਹੁਤ ਜ਼ਿਆਦਾ ਖਰਚਾ ਹੋ ਗਿਆ ਤੇ ਘਰ ਚਲਾਉਣਾ ਮੁਸ਼ਕਿਲ ਹੁੰਦਾ ਜਾ ਰਿਹਾ। ਅਜਿਹੇ ਵਿੱਚ ਯੂਨੀਅਨਾਂ ਅਤੇ ਮਜ਼ਦੂਰਾਂ ਵੱਲੋਂ ਦਿਹਾੜੀ ਵਿੱਚ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਰਕਾਰ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੰਪਨੀ ਵੱਲੋਂ ਤਨਖਾਹਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਤਾਂ ਸਾਲ 1970 ਵਾਂਗ ਤਨਖਾਹਾਂ 'ਚ ਵਾਧੇ ਦੇ ਨਾਲ ਕੀਮਤਾਂ ਵਿੱਚ ਵੀ ਵਾਧਾ ਹੋਏਗਾ। ਹਾਲਾਂਕਿ ਅਜਿਹਾ ਨਹੀਂ ਹੈ ਕਿ ਮਹਿੰਗਾਈ ਸਿਰਫ ਯੂਕੇ ਵਿੱਚ ਹੀ ਵਧ ਰਹੀ ਹੈ। ਯੂਕੇ ਤੋਂ ਪਹਿਲਾਂ ਮਹਿੰਗਾਈ ਦਰ ਅਮਰੀਕਾ ਵਿੱਚ 40 ਸਾਲਾਂ ਦੇ ਰਿਕਾਰਡ ਨੂੰ ਤੋੜਦਿਆਂ 9% ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਉਦੋਂ ਤੋਂ US ਫੈਡਰਲ ਰਿਜ਼ਰਵ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ ਵਿੱਚ ਵਾਧਾ ਕੀਤਾ, ਜਿਸ ਨੂੰ ਜੇਕਰ ਪੂਰੀ ਦੁਨੀਆ ਵਿੱਚ ਦੇਖਿਆ ਜਾਵੇ, ਭਾਰਤ 'ਚ ਵੀ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਦਰ 'ਚ 50 ਆਧਾਰ ਅੰਕਾਂ ਦਾ ਵਾਧਾ ਕੀਤਾ ਹੈ। ਅਮਰੀਕਾ ਦੇ ਹੈਰਿਸ ਕਾਉਂਟੀ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਉੱਥੇ ਇੱਕ ਮਾਂ ਦੀ ਗਲਤੀ ਨੇ ਬੇਟੇ ਦੀ ਜਾਨ ਲੈ ਲਈ। ਦਰਅਸਲ ਮਾਂ ਪਾਰਟੀ ਦੇ ਚੱਕਰ ਵਿੱਚ ਆਪਣੇ 5 ਸਾਲ ਦੇ ਬੱਚੇ ਨੂੰ ਕਾਰ ਵਿੱਚ ਭੁੱਲ ਗਈ। ਬੱਚਾ 3-4 ਘੰਟੇ ਪਿਆ ਰਿਹਾ ਅਤੇ ਉਸ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਬੱਚੇ ਦੀ ਮਾਂ ਦਾ ਕਾਰਨ ਕਾਰ ਵਿੱਚ ਹੋਣ ਵਾਲੀ ਗਰਮੀ ਹੈ। ਅਮਰੀਕਾ ਦੇ ਟੈਕਸਾਸ ਵਿੱਚ ਇੱਕ ਵਾਰ ਫਿਰ ਰਾਈਟ ਵਿੰਗ ਕਾਮੇਡੀਅਨ ਐਲੈਕਸ ਸਟੇਨ ਅਤੇ ਕਾਂਗਰਸਮੈਨ ਡੈਨ ਕਰੇਨਸ਼ਾ ਵਿਚਾਲੇ ਟਕਰਾਅ ਹੋ ਗਿਆ। 18 ਜੂਨ ਨੂੰ ਹਿਊਸਟਨ ਵਿੱਚ ਹੋਈ ਟੈਕਸਾਸ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਦੌਰਾਨ ਐਲੈਕਸ ਸਟੇਨ ਅਤੇ ਕਾਂਗਰਸ ਨੇਤਾ ਵਿਚਕਾਰ ਝੜਪ ਹੋ ਗਈ ਸੀ। ਇਹ ਸਾਰੀ ਘਟਨਾ ਕੈਮਰੇ ਵਿੱਚ ਵੀ ਕੈਦ ਹੋ ਗਈ। ਸਟੀਨ ਨੇ ਕਰੈਂਚਨ ਨੂੰ ਗਲੋਬਲਿਸਟ ਰੀਨੋ ਅਤੇ ਆਈਪੈਚ ਮੈਕਕੇਨ ਕਿਹਾ, ਜੋ ਮੀਡੀਆ ਵਿਅਕਤੀਤਵ ਟੱਕਰ ਕਾਰਸਨ ਵੱਲੋਂ ਤਿਆਰ ਕੀਤਾ ਗਿਆ ਇੱਕ ਸ਼ਬਦ ਹੈ। ਖਬਰਾਂ ਦੇ ਅਨੁਸਾਰ ਸਟੀਨ ਨੇ ਕਥਿਤ ਤੌਰ ਤੇ ਕਰੇਨਸ਼ਾ ਤੇ ਕਰਮਚਾਰੀਆਂ ਤੇ ਹਮਲਾ ਕੀਤਾ। ਸਟੀਨ ਨੇ ਹਾਲਾਂਕਿ ਇਸ ਦਾਅਵੇ ਤੋਂ ਇਨਕਾਰ ਕੀਤਾ ਅਤੇ ਦੋਸ਼ ਲਗਾਇਆ ਕਿ ਕਰੇਨਸ਼ਾ ਦੇ ਕਰਮਚਾਰੀਆਂ ਨੇ ਉਸ ਤੇ ਹਮਲਾ ਕੀਤਾ ਸੀ। ਸਟੀਨ ਨੇ ਕਿਹਾ, ਮੈਂ ਸਿਰਫ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਅੱਜ ਡੈਨ ਕਰੇਨਸ਼ਾ ਦੀ ਪੁਲਿਸ ਨੇ ਮੇਰੇ ਤੋਂ ਇਲਾਵਾ ਕਿਸੇ ਹੋਰ ਤੇ ਹਮਲਾ ਨਹੀਂ ਕੀਤਾ। ਅੰਟਾਰੀਓ ਦੇ ਡਰਹਮ ਖੇਤਰ ਵਿੱਚ ਪਿਛਲੇ ਮਹੀਨੇ ਇੱਕ ਰੈਸਟੋਰੈਂਟ ਵਿੱਚ ਹਥਿਆਰਾਂ ਦੀ ਨੋਕ ਤੇ ਡਕੈਤੀ ਹੋਈ ਸੀ। ਡਰਹਮ ਪੁਲਿਸ ਨੇ ਇਸ ਮਾਮਲੇ ਵਿੱਚ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਦਕਿ ਮਾਰਕਮ ਦੇ ਵਾਸੀ ਜ਼ਹੀਨ ਬਲਦੇ ਹੁਣ ਵਾਰੰਟ ਕਰ ਦਿੱਤੇ ਗਏ ਨੇ। ਡਰਹਮ ਪੁਲਿਸ ਨੇ ਦੱਸਿਆ ਕਿ ਪਿਛਲੇ ਮਹੀਨੇ 1 ਮਈ ਨੂੰ ਅਜੈਕਸ ਦੇ ਇੱਕ ਰੈਸਟੋਰੈਂਟ ਵਿੱਚ 3 ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ਤੇ ਡਕੈਤੀ ਕੀਤੀ। ਵੈਸਟ ਡਿਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨੇ ਇਸ ਮਾਮਲੇ ਵਿੱਚ ਮਾਰਕਮ ਵਿੱਚ 3 ਅਤੇ ਅਜੈਕਸ ਵਿੱਚ 2 ਸਰਚ ਵਾਰੰਟ ਜਾਰੀ ਕੀਤੇ ਸਨ। ਕੋਰੋਨਾ ਕਾਰਨ ਸੰਯੁਕਤ ਰਾਸ਼ਟਰ ਦਾ ਜੈਵਿਕ ਵਿਭਿੰਨਤਾ ਸੰਮੇਲਨ ਹੁਣ ਚੀਨ ਦੀ ਜਗ੍ਹਾ ਕੈਨੇਡਾ ਵਿੱਚ ਹੋਏਗਾ। ਚੀਨ ਦੇ ਵਾਤਾਵਰਣ ਮੰਤਰਾਲੇ ਨੇ ਦੱਸਿਆ ਕਿ ਇਹ ਸੰਮੇਲਨ ਹੁਣ ਦਸੰਬਰ ਵਿੱਚ ਕੈਨੇਡਾ ਦੇ ਸ਼ਹਿਰ
ਮੌਂਟਰੀਅਲ ਵਿੱਚ ਹੋਏਗਾ। ਮੰਤਰਾਲਾ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਵਿਦੇਸ਼ ਵਿੱਚ ਮਹਾਮਾਰੀ ਦੀ ਸਥਿਤੀ ਤੇ ਵਿਆਪਕ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਚੀਨ ਨੇ ਪਿਛਲੇ ਮਹੀਨੇ ਫੁੱਟਬਾਲ ਦੇ ਏਸ਼ੀਆਈ ਕੱਪ 2023 ਦੀ ਮੇਜ਼ਬਾਨੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸੇ ਤਰ੍ਹਾਂ ਚੀਨ ਨੇ 2022 ਦੀਆਂ ਏਸ਼ੀਆਈ ਖੇਡਾਂ ਨੂੰ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ, ਜੋ ਇੱਥੋਂ ਦੇ ਹਾਂਗਜ਼ੂ ਵਿੱਚ ਸਤੰਬਰ ਮਹੀਨੇ ਹੋਣੀਆਂ ਸਨ। ਵਾਤਾਵਰਣ ਮੰਤਰਾਲੇ ਨੇ ਕਿਹਾ ਕਿ ਚੀਨ ਆਗਾਮੀ ਸੰਮੇਲਨ ਦੇ ਸਦਰ ਦੀ ਭੂਮਿਕਾ ਨਿਭਾਉਂਦਾ ਰਹੇਗਾ। ਕੈਨੇਡਾ ਵਿੱਚ ਬੀਤੇ ਸ਼ੁੱਕਰਵਾਰ ਤੋਂ ਹੁਣ ਤੱਕ 30 ਹੋਰ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੰਕੀਪੌਕਸ ਦੇ ਐਕਟਿਵ ਕੇਸਾਂ 198 ਹੋ ਗਏ ਨੇ। ਕੈਨੇਡਾ ਦੀ ਚੀਫ ਪਬਲਿਕ ਹੈਲਥ ਅਫਸਰ ਥੈਰੇਸਾ ਟੇਮ ਨੇ ਸ਼ੁੱਕਰਵਾਰ ਨੂੰ ਦੇਸ਼ ਭਰ ਵਿੱਚ ਮੰਕੀਪੌਕਸ ਦੇ ਕੇਸਾਂ ਦੀ ਗਿਣਤੀ 168 ਤੱਕ ਅਪਡੇਟ ਕੀਤੀ ਸੀ। ਪ੍ਰਾਂਤ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਕਿਊਬਿਕ ਵਿੱਚ 141, ਓਨਟਾਰੀਓ ਵਿੱਚ 21, ਅਲਬਰਟਾ ਵਿੱਚ 4 ਅਤੇ ਬ੍ਰਿਟਿਸ਼ ਕੋਲੰਬੀਆ 'ਚ 2 ਕੇਸ ਸਨ। ਕਿਊਬਿਕ ਸਿਹਤ ਅਥਾਰਟੀ ਨੇ ਮੰਗਲਵਾਰ ਨੂੰ ਟਵਿੱਟਰ ਰਾਹੀਂ ਦੱਸਿਆ ਕਿ 20 ਜੂਨ ਤੱਕ ਕਿਊਬਿਕ ਵਿੱਚ 171 ਕੇਸਾਂ ਦੀ ਰਿਪੋਰਟ ਕੀਤੀ ਗਈ ਅਤੇ 27 ਮਈ ਤੋਂ ਵੈਕਸੀਨ ਦੀਆਂ 5895 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ। ਕਿਊਬਿਕ ਦੇ ਸਿਹਤ ਅਧਿਕਾਰੀਆਂ ਦੁਆਰਾ ਮੁਹੱਈਆ ਕਰਵਾਏ ਗਏ ਕੇਸਾਂ ਦੀ ਗਿਣਤੀ ਕੈਨੇਡਾ ਦੇ ਕੁੱਲ ਮਾਮਲਿਆਂ ਵਿੱਚ ਜੋੜੀ ਗਈ ਹੈ, ਜੋ ਵਾਇਰਸ ਦੇ 198 ਪੁਸ਼ਟੀ ਕੀਤੇ ਕੇਸਾਂ ਤੱਕ ਪਹੁੰਚ ਗਿਆ ਹੈ, ਕਿਉਂਕਿ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਨਟਾਰੀਓ ਪ੍ਰਾਂਤਾਂ ਲਈ ਡੇਟਾ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਮੰਕੀਪੌਕਸ ਵਿੱਚ ਇੱਕ ਜ਼ੂਨੋਟਿਕ ਬਿਮਾਰੀ ਹੈ ਜੋ ਜਾਨਵਰਾਂ ਤੋਂ ਮਨੁੱਖਾਂ ਵਿੱਚ ਫੈਲਦੀ ਹੈ ਅਤੇ ਕੁਝ ਅਫਰੀਕੀ ਦੇਸ਼ਾਂ ਵਿੱਚ ਸਥਾਨਕ ਹੈ। ਜ਼ਰਾਸੀਮ ਵਾਇਰਸਾਂ ਦੇ ਉਸੇ ਪਰਿਵਾਰ ਤੋਂ ਆਉਂਦਾ ਹੈ ਜੋ ਚੇਚਕ ਦਾ ਕਾਰਨ ਬਣਦਾ ਹੈ, ਜਿਸ ਨੂੰ 1980 ਵਿੱਚ ਖਤਮ ਕੀਤਾ ਗਿਆ ਸੀ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਮਾਰੋਕੋ ਮੈਂਡੀਸੋਨੋ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਹਨਾਂ ਵੱਲੋਂ ਬੰਦੂਕ ਦੀ ਮਾਲਕੀ ਨੂੰ ਰੋਕਣ ਵਾਲਾ ਬਿੱਲ ਪੇਸ਼ ਕਰਨ ਤੋਂ ਬਾਅਦ ਹਾਲ ਹੀ ਦੇ ਹਫ਼ਤਿਆਂ ਵਿੱਚ ਸੋਸ਼ਲ ਮੀਡੀਆ ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਨੇ। ਮੈਡੀਸੋਨੋ ਨੇ ਕਿਹਾ ਕਿ ਉਹ ਪੁਲਿਸ ਅਤੇ ਸੰਸਦੀ ਸੁਰੱਖਿਆ ਸੇਵਾਵਾਂ ਧਮਕੀਆਂ ਤੇ ਡਰਾਉਣੀਆਂ ਘਟਨਾਵਾਂ ਦੀ ਇੱਕ ਲੜੀ ਤੋਂ ਬਾਅਦ ਸੰਸਦ ਮੈਂਬਰਾਂ ਦੀ ਸੁਰੱਖਿਆ ਦਾ ਮੁੜ ਮੁਲਾਂਕਣ ਕਰ ਰਹੇ ਨੇ। ਇਸ ਵਿੱਚ ਪਿਛਲੇ ਮਹੀਨੇ ਓਨਟਾਰੀਓ ਦੇ ਚੋਣ ਪ੍ਰਚਾਰ ਦੌਰੇ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਨੂੰ ਜ਼ੁਬਾਨੀ ਪਰੇਸ਼ਾਨ ਕਰਨਾ ਵੀ ਸ਼ਾਮਲ ਹੈ। ਇੱਕ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਸਿੰਘ ਜਦੋਂ ਚੋਣ ਪ੍ਰਚਾਰ ਦਫ਼ਤਰ ਤੋਂ ਬਾਹਰ ਨਿਕਲਦੇ ਨੇ ਤਾਂ ਪ੍ਰਦਰਸ਼ਨਕਾਰੀਆਂ ਦਾ ਸਾਹਮਣਾ ਕਰਦੇ ਨੇ। ਸਿੰਘ ਨੂੰ ਇੱਕ ਵਾਹਨ ਦੇ ਅੰਦਰ ਦਾਖਲ ਹੁੰਦੇ ਹੀ ਉਹਨਾਂ ਤੇ ਅਪਸ਼ਬਦ ਬੋਲਦੇ ਅਤੇ ਉਹਨਾਂ ਨੂੰ ਦੇਸ਼ ਧਰੋਹੀ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ। ਸਿੰਘ ਨੇ ਕਿਹਾ ਕਿ ਪੀਟਰਬੋਰੋ, ਓਨਟਾਰੀਓ ਦਾ ਤਜਰਬਾ ਉਸਦੇ ਸਿਆਸੀ ਕੈਰੀਅਰ ਵਿੱਚ ਹਮਲਾਵਰ ਵਿਵਹਾਰ ਦੀਆਂ ਸਭ ਤੋਂ ਖਰਾਬ ਘਟਨਾਵਾਂ ਵਿੱਚੋਂ ਇੱਕ ਸੀ। ਸੰਸਦ ਮੈਂਬਰਾਂ ਲਈ ਸੁਰੱਖਿਆ ਨੂੰ ਵਧਾਉਣ ਲਈ ਕੀਤੇ ਜਾ ਰਹੇ ਉਪਾਵਾਂ ਵਿੱਚ ਪੈਨਿਕ ਬਟਨ ਜਾਂ ਮੋਬਾਈਲ ਡਿਊਰੇਸ ਅਲਾਰਮ ਸ਼ਾਮਲ ਹਨ। ਮਤਲਬ ਜਦੋਂ ਉਹ ਕਿਸੇ ਖਤਰੇ ਦਾ ਸਾਹਮਣਾ ਕਰਦੇ ਹੋਣ ਤੇ ਤੁਰੰਤ ਪ੍ਰਤੀਕਿਰਿਆ ਲਈ ਸੰਸਦੀ ਸੁਰੱਖਿਆ ਸੇਵਾਵਾਂ ਜਾਂ ਸਥਾਨਕ ਪੁਲਿਸ ਨੂੰ ਤੁਰੰਤ ਸੁਚੇਤ ਕਰਨ ਲਈ ਆਲੇ ਦੁਆਲੇ ਲੈ ਜਾ ਸਕਦੇ ਨੇ। ਸੈੱਟ ਨੇ 1984 ਸਿੱਖ ਦੰਗਿਆਂ ਦੇ ਦੋਸ਼ੀ ਹਿਸਟਰੀ ਸ਼ੀਟਰ ਸਣੇ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਵਿੱਚੋਂ ਇੱਕ ਨੇ ਸੈੱਟ ਦਫ਼ਤਰ ਪਹੁੰਚ ਕੇ ਆਤਮ ਸਮਰਪਣ ਕਰ ਦਿੱਤਾ, ਦੂਜੇ ਨੂੰ ਕਾਟਮਪੁਰ ਜਾ ਕੇ ਗ੍ਰਿਫਤਾਰ ਕਰ ਲਿਆ ਗਿਆ। ਮੰਗਲਵਾਰ ਨੂੰ ਸੀਐਮਐਮ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ। ਹੁਣ ਤੱਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ 6 ਹੋ ਗਈ ਹੈ। ਐਸਆਈਟੀ ਡੀਆਈਜੀ ਬਲਿੰਦੂ ਭੂਸ਼ਣ ਨੇ ਦੱਸਿਆ ਕਿ ਟਾਕੀਆ ਜਵਾਹਰ ਕਾਟਮਪੁਰਾ ਵਾਸੀ ਮੁਬੀਨ ਸ਼ਾਹ ਅਤੇ ਰਾਮਸਰੀ ਕਾਟਮਪੁਰ ਵਾਸੀ ਅਮਰ ਸਿੰਘ ਉਰਫ ਭੂਰਾ ਨੂੰ ਗ੍ਰਿਫਤਾਰ ਕੀਤਾ ਗਿਆ। ਦੋਵੇਂ 1 ਨਵੰਬਰ 1984 ਨੂੰ ਨਰਾਲਾ ਨਗਰ ਵਿੱਚ 3 ਸਿੱਖਾਂ ਦੇ ਕਤਲ ਵਿੱਚ ਸ਼ਾਮਲ ਸਨ। ਸੋਮਵਾਰ ਰਾਤ ਨੂੰ ਮੌਬਨ ਖੁਦ ਸਿੱਟ ਦਫ਼ਤਰ ਪਹੁੰਚਿਆ। ਭੁਪਿੰਦਰ ਅਤੇ ਰਕਸ਼ਪਾਲ ਨੂੰ ਨਰਾਲਾ ਨਗਰ ਵਿੱਚ ਅੱਗ ਦੇ ਖੂਹ ਵਿੱਚ ਸੁੱਟ ਦਿੱਤਾ ਗਿਆ। ਗੁਰਦਿਆਲ ਦੇ ਪੁੱਤਰ ਸਤਵੀਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਐਸਆਈਟੀ ਨੇ 31 ਮੁਲਜ਼ਮਾਂ ਦੀ ਪਛਾਣ ਕੀਤੀ ਹੈ। 4 ਨੂੰ ਪਹਿਲਾਂ ਹੀ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ ਵਿੱਚ ਸੈਫੁੱਲਾ ਵਾਸੀ ਸ਼ਿਵਪੁਰੀ, ਜੋਗਿੰਦਰ ਸਿੰਘ ਉਰਫ ਬੱਬਨ ਬਾਬਾ ਵਾਸੀ ਜਲਾਲਾ ਕਾਟਮਪੁਰ, ਵਿਜੇ ਨਾਰਾਇਣ ਸਿੰਘ ਉਰਫ ਬੱਚਨ ਸਿੰਘ ਅਤੇ ਅਬਦੁਲ ਰਹਿਮਾਨ ਉਰਫ ਲੰਬੂ ਸ਼ਾਮਲ ਨੇ। ਡੀਆਈਜੀ ਮੁਤਾਬਕ ਛਾਪੇਮਾਰੀ ਦੀ ਕਾਰਵਾਈ ਜਾਰੀ ਰਹੇਗੀ। ਇਸ ਮਾਮਲੇ ਵਿੱਚ ਹੋਰ ਗ੍ਰਿਫਤਾਰੀਆਂ ਹੋਣਗੀਆਂ। रूस ਅਤੇ यूक्रेन ਵਿਚਾਲੇ ਜੰਗ ਨੂੰ 4 ਮਹੀਨੇ ਪੂਰੇ ਹੋਣ ਵਾਲੇ ਨੇ। ਇਸ ਦੌਰਾਨ ਰੂਸ ਨੇ ਡੋਨਬਾਸ ਖੇਤਰ ਤੇ ਕਬਜ਼ਾ ਕਰਨ ਲਈ ਗੋਲੀਬਾਰੀ ਤੇਜ਼ ਕਰ ਦਿੱਤੀ ਹੈ। ਬੁੱਧਵਾਰ ਨੂੰ ਇੱਕ ਹੀ ਦਿਨ ਵਿੱਚ ਰੂਸ ਨੇ ਮਾਈਕੋਲੇਵ ਸ਼ਹਿਰ ਵਿੱਚ 7 ਮਿਜ਼ਾਈਲਾਂ ਸੁੱਟੀਆਂ। ਹਮਲੇ ਦੀ ਤੀਬਰਤਾ ਨੂੰ ਦੇਖਦੇ ਹੋਏ ਫਿਨਲੈਂਡ ਦੇ ਫੌਜ ਮੁਖੀ ਜਨਰਲ ਟੀਮੋ ਨੇ ਬਿਆਨ ਦਿੱਤਾ ਹੈ। ਉਸਨੇ ਕਿਹਾ ਕਿ ਜੇਕਰ ਰੂਸ ਹਮਲਾ ਕਰਦਾ ਹੈ ਤਾਂ ਅਸੀਂ ਪੂਰੀ ਤਾਕਤ ਨਾਲ ਜੰਗ ਵਿੱਚ ਉਤਰਾਂਗੇ। ਉਹਨਾਂ ਨੇ ਕਿਹਾ ਫਿਨਲੈਂਡ ਦੇ ਲੋਕ ਲੜਨ ਲਈ ਤਿਆਰ ਨੇ ਅਤੇ ਅਸੀਂ ਜੰਗ ਲਈ ਅਸਲਾ ਤਿਆਰ ਕਰ ਲਿਆ ਹੈ। ਕਿਵੀਨੇਨ ਨੇ ਕਿਹਾ ਕਿ ਫਿਨਲੈਂਡ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਚੰਗੀ ਫੌਜੀ ਤਿਆਰੀ ਕੀਤੀਆਂ। ਇਹ ਦੇਸ਼ 1940 ਦੇ ਦਹਾਕੇ ਵਿੱਚ ਰੂਸ ਨਾਲ 2 ਵਾਰ ਲੜਿਆ ਸੀ।
महत्वपूर्ण गल यह है कि रूस और फिनलैंड की 810 मील की सरहदी सांझी है। किवीनेन ने कहा कि असीं अपने फौजी रखिया प्रणाली नूं बेहतर तरीके नाल विकसित किया है, इस तरह तैयार किया गया है तां जो असीं यूक्रेन वर्गी जंग लड़ सकीए। असीं इस दे लई होर गोला बरूद अते हवाई सेना नूं भी तैयार रखिया है। अंत विच उन्होंने कहा कि यूक्रेन हुण तक रूस लई घातक साबित होया है अते असीं भी इस लई कुछ करते हाँ। यूक्रेन के राष्ट्रपति व्लादिमीर ज़ेलेंस्की का यह बयान रूस नाल जंग जारी के दौरान आया है। रूसी बलों ने मंगलवार रात और बुधवार की सवेर नूं यूक्रेन के दूजे सब तो वड्डे शहर खारकीव और आस-पास के इलाकों से रॉकेट की बारिश की। घट्टो घट्ट 15 लोग मारे गए, 16 जख्मी हो गए। दस्सिया जा रहा कि इस हमले पिछे रूस का इरादा यूक्रेन की फौज नूं मुख्य जंग के मैदान तो पिछे हटा के शहर की रक्षा करने लई मजबूर करना है। खारकीव विच आम जनजीवन पटड़ी ते आ रहा सी, पर पिछले कुछ हफ्तियां दे सब तो भयानक हमले ने स्थिति नूं मुड़ विगाड़ दिता। पिछले महीने यूक्रेन की फौज ने रूसी फौजां नूं इत्थों खदेड़ कर दिता। यूक्रेन के अधिकारियों का कहना है कि शहर के बाहर वार मकान भी तबाह हो गए ने। यूक्रेन के राष्ट्रपति के सलाहकार ओलेस्की एरेटोविच ने एक वीडियो संबोधन विच कहा कि रूसी हमले मारियोपोल ते कीते गए हमले वर्गे ही सन। उन्हां दा मकसद लोकां नूं डराउणा है। जेकर वो अजिहा करना जारी रखता है तो सानू प्रतिक्रिया करनी पेगी। इस दे लई सानू शहर विच फौज लियानी पेगी। यूक्रेन विच डॉनबास सरहद तो केवल 8 किलोमीटर दूर स्थित रूस की नोवोशकिर्स्क तेल शोधक कारखाने उत्ते हमले के संबंध विच न्यूज़ एजेंसी टास ने कहा यह हमला ड्रोन नाल कीता गया। चीन के दक्षिणी खेतर विच लगातार मींह ने हड़ वर्गी स्थिति पैदा कर दी है। भारी हड़ां कारण दक्षिणी चीन विच होर मींह पैण की संभावना दे नाल हज़ारां लोकां नूं इलाकिਆਂ नूं खाली करन लई मजबूर किया गया। गुआंगडोंग विच उसारी केंद्र ने वध रहे पानी और जमीन खिसकण के खतरे के विचकार क्लासां, दफ्तरी काम और जनतक आवाजाही नूं मुअत्तल कर दिता। गुआंढी सूबे जियांगसी विच लगभग 5 लाख लोगों के घर नुकसाने गए ने ते उन्हां दा जनजीवन बुरी तरह प्रभावित होया। भारी मींह कारण शहर के कुछ हिस्सों में सड़कां टुट गईयां ते घर-कारां अते फसलां दी तबाह हो गईयां ने अते आउण वाले दिनां विच होर मींह पैण की संभावना है। चीनी अधिकारियों ने एतवार नूं संभावित पहाड़ी नदियां लई साल का पहला रैड अलर्ट जारी किया। जिनजियांग प्रांत विच बचाव कर्मचारियों ने किश्तियां राहीं डुब्बे पिंडां विच घरां विच फसे वसनीकां नूं बचाया। चीन गामियां दे महीनों दौरान नियमित तौर पर हड़ां का अनुभव करता है। मध्य ते दक्षिणी खेतरां विच सब तो वध बारिश पैंदी है। इस साल दे हड़ कुछ खेतरां विच दहाकिਆਂ 'ਚ सब तो भैड़े रहे ने अते चीन विच सख्त कोविड-19 नियमां दे विचकार भारी मींह अते हड़ां ने देश के बहुत सारे हिस्सों में सैर सपाटा, नौकरियां ते आम जनजीवन नूं ठप कर दिता है। चीन विच हाल ही दे सालां विच सब तो भैड़ा हड़ 1998 विच आया सी, जदों 2000 तो वध लोग मारे गए सन ते लगभग 30,000 लाख घर तबाह हो गए सन। विदेशी फंड की लगातार निकासी ते घरेलू शेयर बाजार में गिरावट कारण रुपया अमेरिकी डॉलर के मुकाबले 19 पैसे की गिरावट नाल 78.32 उत्ते बंद होया। रुपए की गिरावट का यह रिकॉर्ड हेठला पद्धर है। विदेशी मुद्रा कारोबारियों का कहना है कि विदेश में डॉलर की मजबूती नाल भी रुपए की धारणा उत्ते असर पिया। हालांकि कौमांतरी बाजार में कच्चे तेल दी कीमतों में गिरावट ने रुपए का नुकसान सीमित किया। अंतर बैंक विदेश मुद्रा एक्सचेंज मार्केट में स्थानक मुद्रा डॉलर के मुकाबले 78.13 उत्ते खुली। इसने दिन के कारोबार दौरान 78.13 का उपराला 78.40 का हेठला पद्धर देखा। सिंगापुर में एक निर्माण स्थान ते एक क्रेन के 2 हिस्सों में दबण कारण 32 साला भारतीय मजदूर की मौत हो गई। अधिकारियों ने वीरवार को यह जानकारी दी। उन्होंने दस्सिया कि हादसा बुधवार सवेरे 10:15 ते मंडाई कवेरी रोड से वापरिया। चैनल न्यूज़ एशिया ने किरत मंत्रालय के बुलारे के हवाले नाल कहा, हवायांग इंजीनियरिंग कंपनी का भारतीय कर्मचारी मोबाइल क्रेन की चैसी के हेठां एक टूल बॉक्स चों कुछ समान कढ़ रहा सी। उदों क्रेन मुड़ गई। उसकी छाती क्रेन के 2 हिस्सों विचकार दब गई। बुलारे ने कर्मचारी का नाम नहीं लिया और कहा कि उसनूं कहू टेक पॉट हस्पताल लिजाया गया, जिथे उसकी मौत हो गई। चैनल ने दस्सिया कि इस साल सिंगापुर विच काम वाली थां ते मौत का यह 27वां मामला है। साल 2021 विच काम वाली थां ते कुल 37 लोगों की मौत हुई है। इकल्ले अप्रैल विच 10 लोगों की मौत हुई सी। प्रधानमंत्री ली हसीन लूंग ने पिछले महीने
ਮਹੀਨੇ ਕਿਹਾ ਸੀ ਕਿ ਕੰਮ ਵਾਲੀ ਥਾਂ ਤੇ ਹੋਣ ਵਾਲੀਆਂ ਮੌਤਾਂ ਸਵੀਕਾਰਯੋਗ ਨਹੀਂ ਹਨ। ਲੀ ਨੇ ਕਿਹਾ ਸੀ ਕਿ ਆਰਥਿਕਤਾ ਦੇ ਮੁੜ ਖੋਲ੍ਹਣ ਅਤੇ ਜ਼ਿਆਦਾ ਕੰਮ ਅਤੇ ਸਮਾਜਿਕ ਗਤੀਵਿਧੀਆਂ ਦੇ ਮੁੜ ਸ਼ੁਰੂ ਕਰਨ ਵਿਚਕਾਰ ਸੁਰੱਖਿਆ ਮਾਪਦੰਡਾਂ ਅਤੇ ਤਰੀਕਿਆਂ ਵਿੱਚ ਗਿਰਾਵਟ ਆਈ ਹੈ ਅਤੇ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ। ਕਿਰਤ ਮੰਤਰਾਲਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਕੰਮ ਵਾਲੀ ਥਾਂ ਦੀ ਖਰਾਬ ਸੁਰੱਖਿਆ ਵਿਵਸਥਾ ਵਾਲੀਆਂ ਕੰਪਨੀਆਂ ਨੂੰ 14 ਜੂਨ ਤੋਂ ਸਖਤ ਸਜ਼ਾ ਦਾ ਸਾਹਮਣਾ ਕਰਨਾ ਪਏਗਾ। ਵੈਨਜ਼ੂਏਲਾ ਦੀ ਰਾਜਧਾਨੀ ਕਰਾਕਾਸ ਨੇੜੇ ਇੱਕ ਵਪਾਰਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ 6 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਪੋਰਟੋ ਕੈਬੈਲੋ ਤੋਂ ਕਰਾਕਾਸ ਆ ਰਿਹਾ ਇੱਕ ਲੀਅਰ ਜੈਟ 55 ਸੀ ਬਿਜ਼ਨਸ ਜੈਟ ਕ੍ਰਿਸਟੋਬਲ ਰੋਜਸ ਵਿੱਚ ਵੈਲੇਸ ਡੇਲ ਟੂਏ ਖੱਡ ਦੇ ਕੋਲ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ 2 ਪਾਇਲਟ ਅਤੇ ਐਸਟੋਨੇਟਸ ਦੇ ਮੈਰਿਡਾ ਫੁੱਟਬਾਲ ਕਲੱਬ ਦੇ ਪ੍ਰਧਾਨ ਕ੍ਰਿਸਚੀਅਨ ਟੋਨੀ ਸਮਿਥ 4 ਯਾਤਰੀ ਸਵਾਰ ਸਨ। ਬੱਚਿਆਂ ਵਿੱਚ ਕੋਵਿਡ-19 ਤੋਂ ਮੌਤ ਦਾ ਖਤਰਾ ਬਹੁਤ ਘੱਟ ਹੈ। ਪਿਛਲੇ 22 ਮਹੀਨਿਆਂ ਦੌਰਾਨ ਬ੍ਰਿਟੇਨ ਵਿੱਚ ਕੀਤੇ ਅਧਿਐਨ ਵਿੱਚ ਇਹ ਗੱਲ ਸਾਹਮਣੇ ਆਈ ਹੈ। ਹਾਲਾਂਕਿ ਅਧਿਐਨ ਟੀਮ ਨੇ ਪਾਇਆ ਕਿ ਜੋ ਬੱਚੇ ਪਹਿਲਾਂ ਹੀ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਨੇ, ਉਹਨਾਂ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਜਾਂ ਕਰੋਨਾ ਵਾਇਰਸ ਦੀ ਲਾਗ ਕਾਰਨ ਮੌਤ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਹ ਅਧਿਐਨ ਮਾਰਚ 2020 ਤੋਂ ਦਸੰਬਰ 2021 ਤੱਕ ਕੋਵਿਡ ਪੋਜ਼ਿਟਿਵ ਕਾਰਨ ਹੋਈਆਂ ਬੱਚਿਆਂ ਦੀਆਂ ਸਾਰੀਆਂ ਮੌਤਾਂ ਦਾ ਵਿਸ਼ਲੇਸ਼ਣ ਕਰਕੇ ਕੀਤਾ ਗਿਆ। ਹਾਲਾਂਕਿ ਇਹਨਾਂ ਅੰਕੜਿਆਂ ਦੀ ਮੁੱਢਲੀ ਸਮੀਖਿਆ ਕੀਤੀ ਜਾਣੀ ਬਾਕੀ ਹੈ। ਖੋਜਕਰਤਾਵਾਂ ਨੇ ਮਾਰਚ 2020 ਤੋਂ ਦਸੰਬਰ 2021 ਤੱਕ ਇੰਗਲੈਂਡ ਲਈ ਸਰਗਰਮ ਰਾਸ਼ਟਰੀ ਨਿਗਰਾਨੀ ਡੇਟਾ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ 20 ਸਾਲ ਤੋਂ ਘੱਟ ਉਮਰ ਦੇ 185 ਬੱਚਿਆਂ ਤੇ ਨੌਜਵਾਨਾਂ ਦੀ ਮੌਤ ਹੋਈ। ਇਹ ਸਾਰੇ ਕਰੋਨਾ ਪੋਜ਼ਿਟਿਵ ਸਨ। ਅਧਿਐਨ 'ਚ ਕਿਹਾ ਗਿਆ ਹੈ ਕਿ ਇਹਨਾਂ 'ਚੋਂ ਕੇਵਲ 81 ਮੌਤਾਂ ਕੋਵਿਡ ਕਾਰਨ ਹੋਈਆਂ। ਦੇਸ਼ ਦੀ ਰੱਖਿਆ ਕਰਦਾ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਲੇਹ ਲਦਾਖ ਵਿੱਚ ਸ਼ਹੀਦੀ ਪ੍ਰਾਪਤ ਕਰ ਗਿਆ, ਜਿਸ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਬੀਤੇ ਦਿਨ ਲੇਹ ਲਦਾਖ ਵਿੱਚ ਡਿਊਟੀ ਤੋਂ ਪਰਤ ਰਹੇ ਫੌਜੀ ਨੌਜਵਾਨ ਦੀ ਗੱਡੀ ਬਰਫ਼ ਵਿੱਚ ਧੱਸਣ ਕਾਰਨ ਖੱਡ 'ਚ ਡਿੱਗ ਗਈ। ਗੱਡੀ 'ਚ 3 ਨੌਜਵਾਨ ਸਵਾਰ ਸਨ, ਜਿਨ੍ਹਾਂ ਵਿੱਚ ਪਿੰਡ ਸਲੌਦੀ ਸਿੰਘਾਂ ਦਾ ਫੌਜੀ ਨੌਜਵਾਨ ਸਵਰਨਜੀਤ ਸਿੰਘ ਵੀ ਸਵਾਰ ਸੀ, ਜੋ ਕਿ ਇਸ ਹਾਦਸੇ ਵਿੱਚ ਸ਼ਹੀਦ ਹੋ ਗਏ, ਜਦਕਿ ਉਹਨਾਂ ਦੇ 2 ਸਾਥੀ ਗੰਭੀਰ ਜ਼ਖਮੀ ਹੋਏ। ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਸਵਰਨਜੀਤ ਸਿੰਘ ਸਾਲ 2008 ਵਿੱਚ ਫੌਜ ਵਿੱਚ ਭਰਤੀ ਹੋਏ ਸਨ। ਵੱਖ-ਵੱਖ ਥਾਵਾਂ ਤੇ ਡਿਊਟੀ ਕਰਨ ਉਪਰੰਤ ਇਸ ਸਮੇਂ ਉਹ ਲੇਹ ਲਦਾਖ ਵਿੱਚ ਤਾਇਨਾਤ ਸਨ, ਜੋ ਕੁਝ ਮਹੀਨੇ ਪਹਿਲਾਂ ਹੀ ਛੁੱਟੀ ਕੱਟ ਕੇ ਗਏ ਸਨ। ਡਿਊਟੀ ਤੇ ਜਾਣ ਲੱਗਿਆਂ ਨੇ ਕਿਹਾ ਸੀ ਕਿ ਮੈਂ ਬਹੁਤ ਜਲਦ ਡਿਊਟੀ ਪੂਰੀ ਕਰਕੇ ਘਰ ਵਾਪਸ ਆਵਾਂਗਾ, ਪਰ ਅਚਾਨਕ ਇਹ ਭਾਣਾ ਵਾਪਰ ਗਿਆ। ਸ਼ਹੀਦ ਸਵਰਨਜੀਤ ਸਿੰਘ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਰਾਤ 11 ਵਜੇ ਫੌਜ ਦੇ ਅਫਸਰਾਂ ਦਾ ਫੋਨ ਆਇਆ ਸੀ ਕਿ ਤੁਹਾਡਾ ਲੜਕਾ ਸਵਰਨਜੀਤ ਸਿੰਘ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹੀਦ ਹੋ ਗਏ। ਉਹਨਾਂ ਨੇ ਦੱਸਿਆ ਕਿ ਕੱਲ ਤੱਕ ਸ਼ਹੀਦ ਹੀ ਦੇ ਸਾਡੇ ਨਗਰ ਪਿੰਡ ਸਲੌਦੀ ਵਿਖੇ ਪਹੁੰਚੇਗੀ। ਸ਼ਹੀਦ ਦੇ ਪਿਤਾ ਨੇ ਕਿਹਾ ਕਿ ਜਿੱਥੇ ਮੇਰੇ ਪੁੱਤ ਇਸ ਦੁਨੀਆ ਤੋਂ ਤੁਰ ਜਾਣ ਦਾ ਮੈਨੂੰ ਦੁੱਖ ਹੈ, ਉੱਥੇ ਸਾਨੂੰ ਉਸ ਦੀ ਸ਼ਹੀਦੀ ਤੇ ਮਾਣ ਵੀ ਹੈ। ਪੰਜਾਬ ਵਿੱਚ ਪੱਛਮੀ ਗੜਬੜੀ ਕਾਰਨ ਬੁੱਧਵਾਰ ਨੂੰ ਵੀ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਵੀਰਵਾਰ ਤੋਂ ਮੌਸਮ ਸਾਫ਼ ਹੋ ਗਿਆ। ਲੋਕਾਂ ਨੂੰ 27 ਜੂਨ ਤੱਕ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪਏਗਾ। 28 ਜੂਨ ਤੋਂ ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼ ਸ਼ੁਰੂ ਹੋਏਗੀ। ਮੌਨਸੂਨ 29 ਜੂਨ ਤੋਂ 2 ਜੁਲਾਈ ਦਰਮਿਆਨ ਆ ਸਕਦਾ ਹੈ। ਹਾਲਾਂਕਿ ਜੇਕਰ ਮੌਨਸੂਨ ਮੱਧ ਵਿੱਚ ਹੌਲੀ ਹੋ ਜਾਂਦਾ ਹੈ ਤਾਂ ਮੌਨਸੂਨ ਵਿੱਚ ਦੇਰੀ ਹੋ ਸਕਦੀ ਹੈ। ਫਿਲਹਾਲ ਮੌਨਸੂਨ ਦੇ 2 ਜੁਲਾਈ ਤੋਂ ਪਹਿਲਾਂ ਆਊਟ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਮੰਗਲਵਾਰ ਅੱਧੀ ਰਾਤ 1 ਵਜੇ ਤੋਂ ਬੁੱਧਵਾਰ ਸਵੇਰ ਤੱਕ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਅੰਮ੍ਰਿਤਸਰ ਵਿੱਚ 25, ਲੁਧਿਆਣਾ ਵਿੱਚ 13.4, ਪਟਿਆਲਾ ਵਿੱਚ 0.4, ਪਠਾਨਕੋਟ ਵਿੱਚ 7.8, ਬਠਿੰਡਾ ਵਿੱਚ 1.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਜੂਨ ਮਹੀਨੇ 35.9 ਮਿਲੀਮੀਟਰ ਮੀਂਹ ਪਿਆ ਹੈ, ਜੋ ਕਿ ਆਮ ਨਾਲੋਂ ਵੱਧ ਹੈ। ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।